ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ, ਸੋ ਕੱਲ੍ਹ ਜੋ ਕਿ ਯਾਨੀ ਕਿ 21 ਤਰੀਕ ਨੂੰ ਆਪਣਾ SST ਦਾ ਪੇਪਰ ਹੋਇਆ ਸੀਗਾ, ਸੋ ਉਸ ਦੇ ਵਿੱਚ ਉਮੀਦ ਹੈ ਕਿ ਸਾਰਿਆਂ ਦੇ ਜਿਹੜੇ ਮਾਰਕਸ ਨੇ ਉਹ ਅੱਛੇ ਆ ਜਾਣਗੇ, ਕਿਉਂਕਿ ਪੋਲਿਟੀ ਨੇ ਜਿਹੜਾ ਹੈ ਕਾਫੀ ਜਣਾਂ ਦਾ ਜਿਹੜਾ ਕਹਿ ਸਕਦੇ ਹਾਂ ਮਨੋਬਲ ਉਹ ਸੁੱਟ ਦਿੱਤਾ ਨੀਚੇ ਨੂੰ, ਹੈ ਨਾ। ਪਤਾ ਨਹੀਂ ਕੀ ਪਾਲਿਸੀ ਰਹੀ ਹੈ ਜਾਂ ਕੀ ਉਹਨਾਂ ਨੇ ਸੋਚਿਆ ਹੋਊਗਾ, ਬਟ ਆਨਸਰ ਕੀ ਜਿਹੜੀ ਹਾਲਾਂਕਿ ਉਸੇ ਦਿਨ ਹੀ ਪਾਉਣੀ ਸੀ ਮੈਂ, ਬਟ ਲੇਟ ਕਰ ਦਿੱਤਾ ਕਿਉਂਕਿ ਉਹਦਾ ਰੀਜ਼ਨ ਇਹ ਸੀ ਕਿ ਆਈਜ਼ ਕਾਫੀ ਜ਼ਿਆਦਾ ਪ੍ਰੋਬਲਮ ਆਈ ਪਈ ਹੈਗੀ ਆ। ਸੋ ਪਹਿਲਾਂ ਤਾਂ ਇਹ ਸੀਗਾ ਕਿ ਜ਼ਰੂਰੀ ਸੀਗਾ ਕਿ ਸਰਦੇ ਨਹੀਂ ਸੀਗਾ ਕਿਉਂਕਿ ਸਿਲੇਬਸ ਜ਼ਰੂਰੀ ਸੀਗਾ, ਹੈ ਨਾ। ਸੋ ਆਨਸਰ ਕੀ ਹੈ ਕਿ ਬਹੁਤ ਸਾਰੇ ਚੈਨਲ ਨੇ ਪਾ ਵੀ ਦਿੱਤੀ ਹੈਗੀ, ਸੋ ਇਸ ਲਈ ਮਤਲਬ ਮੈਨੂੰ ਕੁਝ ਜ਼ਿਆਦਾ ਖਾਸ ਵੀ ਨਹੀਂ ਲੱਗਿਆ। ਬਟ ਅੱਜ ਮੈਂ ਆਨਸਰ ਕੀ ਅਪਲੋਡ ਕਰ ਰਿਹਾ ਹੈਗਾ ਜੋ ਕਿ 21 ਤਰੀਕ ਨੂੰ ਸਾਡਾ SST ਦਾ ਪੇਪਰ ਹੋਇਆ ਸੀਗਾ। ਸੇ ਜਿਹੜਾ ਪੇਪਰ ਆਪਣਾ ਬਈ, ਸੋ ਮੇਰੇ ਕੋਲੇ ਜਿਹੜਾ ਸੈੱਟ ਸੀਗਾ ਉਹ D ਹੈ, ਇਹ ਉਹਦੇ ਅਕੋਰਡਿੰਗ ਤੁਹਾਨੂੰ ਮੈਂ ਆਨਸਰ ਕਰਾਵਾਂਗਾ। ਅੱਜ ਪਹਿਲਾਂ ਆਪਾਂ ਜੋਗਰਾਫੀ ਦਾ ਜਿਹੜਾ ਡਿਸਕਸ ਕਰਾਂਗੇ, ਕਿਉਂਕਿ ਜੋਗਰਾਫੀ ਆਲਮੋਸਟ ਆਪਣੇ ਚੈਨਲ 'ਤੇ ਸੀਗੀ, ਹੋਰ ਕਿਸੇ ਨੇ ਨਹੀਂ ਕਰਵਾਈ ਸੀਗੀ। ਅਗਰ ਕਿਸੇ ਨੇ ਪਾਈ ਹੋਊਗੀ ਤਾਂ ਵਧੀਆ ਗੱਲ ਹੈ, ਅਗਰ ਨਹੀਂ ਦੇਖੀ ਤਾਂ ਤੁਸੀਂ ਇਸ ਨੂੰ ਦੇਖ ਕੇ ਆਪਣੇ ਮਾਰਕਸ ਜਿਹੜੇ ਉਹ ਕਾਊਂਟ ਕਰ ਲੈਣਾ। ਸੋ ਤਕਰੀਬਨ 99% ਇਹਦੇ ਜਿਹੜੇ ਸਹੀ ਨੇ। ਸੋ ਇੱਕ ਕੁਐਸਚਨ ਦੇ ਵਿੱਚ ਡਾਊਟ ਹੈ, ਬਾਕੀ ਸਾਰਾ ਜਿਹੜਾ ਕਲੀਅਰ ਹੈ ਉਹ ਕਨਫਰਮ ਕਰਕੇ ਤੁਹਾਡੇ ਕੋਲੇ ਮੇਰੀ ਆਨਸਰ ਕੀ ਜਿਹੜੀ ਉਹ ਭੇਜ ਰਿਹਾ ਹੈਗਾ। ਓਕੇ, ਸੋ D ਸੈੱਟ ਹੈ ਬਈ, ਠੀਕ ਹੈ, ਜੋ ਕਿ 21 ਤਰੀਕ ਨੂੰ ਆਪਣਾ SST ਦਾ ਪੇਪਰ ਹੋਇਆ ਸੀਗਾ। ਇਹਦਾ ਫਸਟ ਕੁਐਸਚਨ ਸੀਗਾ ਬਈ, ਠੰਡੀ ਅਤੇ ਗਰਮ ਹਵਾ ਦੀ ਪੁੰਜ ਵਿਚਕਾਰ ਇੱਕ ਸੀਮਾ ਨੂੰ ਕਿਹਾ ਜਾਂਦਾ ਹੈਗਾ। ਸੋ ਇੱਕ ਕੋਲਡ ਆ ਜਾਂਦੀ ਹੈ, ਇੱਕ ਵਾਰਮ ਆ ਜਾਂਦੀ ਹੈ। ਏਅਰ ਮਾਸ ਆ, ਇਹਨਾਂ ਦੋਨਾਂ ਦੇ ਵਿਚਕਾਰ ਇੱਕ ਬਾਉਂਡਰੀ ਹੁੰਦੀ ਹੈ। ਸੋ ਉਸ ਬਾਉਂਡਰੀ ਨੂੰ ਜਿਹੜਾ ਨਾਮ ਦਿੱਤਾ ਗਿਆ ਹੈ ਉਹ ਸਟੇਸ਼ਨਰੀ ਬਾਉਂਡਰੀ ਕਹਿ ਦਿੰਦੇ ਹੈ ਉਸ ਨੂੰ ਬਈ। ਓਕੇ, ਸੋ ਇਹ ਉਸ ਦਾ ਕਲੀਅਰ ਕਰਦੀ ਹੈ, ਵੱਖਰਾ ਵੱਖਰਾ ਕਰਦੀ ਹੈ, ਜਿਹਦੇ ਵਿੱਚ ਇੱਕ ਪਾਸੇ ਕੋਲਡ ਵਾਰਮ ਹੋ ਜਾਂਦੀ ਹੈ, ਏਅਰ ਹੋ ਜਾਂਦੀ ਹੈ, ਅਤੇ ਦੂਸਰੀ ਸਾਈਡ 'ਤੇ ਜਿਹੜੀ ਹੈ ਵਾਰਮ ਏਅਰ ਹੋ ਜਾਂਦੀ ਹੈਗੀ ਆ। ਸੋ ਇਸ ਕਰਕੇ ਦਾ C ਆਨਸਰ ਜਿਹੜਾ ਉਹ ਕਰੈਕਟ ਰਹੂਗਾ। ਦੂਸਰਾ ਹੈ ਦ ਬ੍ਰੇਕਿੰਗ ਅਪ ਆਫ ਦ ਰੌਕਸ ਇਟ ਇਜ਼ ਪਲੇਸ ਇਜ਼ ਨੋਨ ਐਜ਼। ਸੋ ਆਪਣੀ ਥਾਂ 'ਤੇ ਚਟਾਨਾਂ ਦੀ ਟੁੱਟਣ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਵੈਦਰਿੰਗ ਕਿਹਾ ਜਾਂਦਾ ਹੈ। ਸੋ ਆਪਾਂ ਨਾ ਇਹ ਸਾਰੇ ਜਿਹੜੇ ਕੁਐਸਚਨ ਨੇ ਤਕਰੀਬਨ ਇਹ MSc ਜਾਂ MA ਵਾਲੇ ਹੈਗੇ ਨੇ, ਉਹਦੇ ਵਿੱਚ ਤੁਸੀਂ ਸਟੱਡੀ ਕੀਤੇ ਹੋਣਗੇ। ਗ੍ਰੈਜੂਏਸ਼ਨ ਦੇ ਵਿੱਚ ਵੀ ਇਹਦੇ ਬਹੁਤ ਸਾਰੇ ਘੱਟ ਪੁਆਇੰਟਸ ਤੁਹਾਨੂੰ ਜਿਹੜੇ ਦੇਖਣ ਨੂੰ ਮਿਲਣਗੇ। ਵੈਦਰਿੰਗ ਇੱਕ ਪ੍ਰਕਿਰਿਆ ਹੁੰਦੀ ਹੈ ਜਿਹਦੇ ਵਿੱਚ ਹਵਾ ਦੇ ਰਾਹੀਂ ਕਹਿ ਸਕਦੇ ਹਾਂ ਜਾਂ ਪਾਣੀ ਦੇ ਰਾਹੀਂ ਜਿਹੜਾ ਇਰੋਜ਼ਨ ਹੁੰਦਾ ਹੈਗਾ, ਠੀਕ ਹੈ, ਉਸ ਦੇ ਦੌਰਾਨ ਜਿਹੜੀ ਚਟਾਨ ਇੱਕ ਜਗ੍ਹਾ ਦੇ ਉੱਪਰ ਹੀ ਪਈ ਆ ਉਹ ਟੁੱਟ ਜਾਂਦੀ ਹੈਗੀ, ਉਹ ਤੋਂ ਵੱਖਰੀ ਹੋ ਜਾਂਦੀ ਹੈਗੀ, ਠੀਕ ਹੈ, ਛੋਟੀ ਛੋਟੀਆਂ ਹੌਲੀ ਹੌਲੀ ਕਿਰਿਆਵਾਂ ਕਰਕੇ। ਅਤੇ ਇਸ ਪ੍ਰਕਿਰਿਆ ਨੂੰ ਜਿਹੜਾ ਹੈ ਉਹ ਵੈਦਰਿੰਗ ਕਹਿੰਦੇ ਹੈਗੇ ਨੇ। ਆਪਣੀ ਹੀ ਜਗ੍ਹਾ ਦੇ ਉੱਪਰ ਇੱਕ ਸਥਾਨ ਦੇ ਉੱਪਰ ਟੇਕ ਕੇ ਜਿਹੜਾ ਹੈ ਟੁੱਟਣਾ, ਹੌਲੀ ਹੌਲੀ ਪ੍ਰਕਿਰਿਆ ਹੁੰਦੀ ਹੈ ਇੱਕ, ਜਿਹੜੀ ਕਹਿ ਸਕਦੇ ਆਪਾਂ ਉਹਨੂੰ ਵੈਦਰਿੰਗ ਕਹਿੰਦੇ ਹੈਗੇ ਆ। ਅਗਲਾ ਹੈ ਜੀ, ਇਹਨਾਂ ਦੇ ਵਿੱਚੋਂ ਕਿਹੜਾ ਟਾਈਗਰ ਰਿਜ਼ਰਵ ਨਹੀਂ ਹੈਗਾ। ਸੋ ਇਹ ਸਾਰੇ ਹੈਗੇ ਨੇ ਬਈ, ਜਿਹਦੇ ਵਿੱਚ ਸਿਮੀਪਾਲ ਨੈਸ਼ਨਲ ਪਾਰਕ ਆਉਂਦਾ ਹੈ, ਕਾਰਬੇਟ ਆ ਜਾਂਦਾ ਹੈ, ਤੁਵਾਵਾ ਆ ਜਾਂਦਾ ਹੈ, ਬਟ ਇਹਨਾਂ ਦੇ ਵਿੱਚੋਂ ਗਿਰ ਨੈਸ਼ਨਲ ਪਾਰਕ ਜਿਹੜਾ ਹੈ ਉਹ ਇਸ ਦੇ ਵਿੱਚ ਇਨਕਲੂਡ ਨਹੀਂ ਹੈਗਾ, ਠੀਕ ਹੈ। ਸੋ ਇਹ ਟਾਈਗਰ ਦੇ ਲਈ ਜਿਹੜਾ ਰਿਜ਼ਰਵ ਇੱਥੇ ਨਹੀਂ ਹੈਗਾ। ਸੋ ਇਹਦੇ ਸਹੀ D ਆਨਸਰ ਰਹੂਗਾ ਬਈ। ਨੈਕਸਟ ਹੈ ਜੀ ਕੁਐਸਚਨ ਨੰਬਰ 4, ਇਹਨਾਂ ਦੇ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ। ਸੋ ਬਹੁਤ ਈਜ਼ੀ, ਜੇ ਆਪਾਂ ਜੋਗਰਾਫੀ ਦੀ ਗੱਲ ਕਰੀਏ, ਕੁਛ ਕੁਐਸਚਨ ਬਿਲਕੁਲ ਸਿੱਧੇ ਤੇ ਸਪਸ਼ਟ ਪਾਏ ਹੋਏ ਸੀਗੇ, ਹੈ ਨਾ। ਸੋ ਉਮੀਦ ਹੈ ਕਿ ਸਾਰਿਆਂ ਨੂੰ ਉਹ ਆਉਂਦੇ ਹੀ ਹੋਣਗੇ। ਸੋ ਇਹਦੇ ਵਿੱਚ ਦਮਨ ਤੇ ਦਿਊ ਸਾਡੀ ਯੂਨੀਅਨ ਟੈਰੀਟਰੀ ਹੈਗੀ ਆ, ਚੰਡੀਗੜ੍ਹ ਹੈਗੀ ਸੀਗੀ, ਅੰਡੇਮਾਨ ਨਿਕੋਬਾਰ ਸੀਗੀ, ਬਟ ਗੰਗੋਕ ਜਿਹੜੀ ਸੀਗੀ ਇਹ ਸਾਡੀ ਬਈ ਯੂਨੀਅਨ ਟੈਰੀਟਰੀ ਨਹੀਂ ਸੀ। ਸੋ ਇਸ ਕਰਕੇ ਦਾ ਆਨਸਰ C ਜਿਹੜਾ ਹੈ ਉਹ ਕਰੈਕਟ ਰਹੂਗਾ। ਨੈਕਸਟ ਹੈ, ਹੇਠ ਲਿਖਣ ਦੇ ਵਿੱਚੋਂ ਕਿਹੜੀ ਨਦੀ ਹਿਮਾਲਿਆ ਤੋਂ ਵੀ ਪੁਰਾਣੀ ਹੈਗੀ। ਸੋ ਹਿਮਾਲਿਆ ਤੋਂ ਪੁਰਾਣੀ ਨਦੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਈ ਇੰਡਸ ਰਿਵਰ ਜਿਹੜੀ ਹੈ ਉਹ ਸਭ ਤੋਂ ਪੁਰਾਣੀ ਮੰਨੀ ਗਈ ਹੈਗੀ, ਓਲਡੈਸਟ ਜਿਹੜੀ ਹੈ ਸਭ ਤੋਂ ਪੁਰਾਣੀ। ਜੇ ਆਪਾਂ ਗੱਲ ਕਰੀਏ ਹਿਮਾਲਿਆ ਤੋਂ ਪੁਰਾਣੀ ਦੀ ਗੱਲ ਕਰੀਏ ਤਾਂ B ਆਨਸਰ ਇਹਦਾ ਕਰੈਕਟ ਰਹੂਗਾ ਬਈ। ਨੈਕਸਟ ਹੈ, ਇਰੋਜ਼ਨ ਦੇ ਚੱਕਰ ਦੀ ਧਾਰਨਾ ਪਹਿਲੀ ਵਾਰ ਕਿਸ ਦੇ ਦੁਆਰਾ ਪੇਸ਼ ਕੀਤੀ ਗਈ ਸੀ। ਇਰੋਜ਼ਨ ਨੂੰ ਲੈ ਕੇ ਦੋ ਵਿਅਕਤੀ ਖਾਸ ਤੌਰ 'ਤੇ ਚਰਚ ਰਹੇ ਨੇਗੇ, ਇੱਕ ਪਿੰਕ ਸੀਗਾ ਬਈ ਤੇ ਇੱਕ ਡੇਵਿਸ ਸੀਗਾ, ਜੋ ਕਿ MSc ਦੇ ਜਾਂ MA ਦੇ ਵਿੱਚ ਤੁਸੀਂ ਸਟੱਡੀ ਕੀਤਾ ਸੀ। ਸੋ ਇਹ ਬਈ C ਆਨਸਰ ਇਹਦਾ ਕਰੈਕਟ ਹੈ। ਵਿਲੀਅਮ ਮੋਰੀਅਸ ਡੇਵਿਸ ਜਿਹੜਾ ਉਹ ਪਹਿਲਾ ਵਿਅਕਤੀ ਸੀਗਾ ਜਿਹਨੇ ਇਰੋਜ਼ਨ ਦੀ ਜਿਹੜੀ ਹੈ ਨਾ ਸਾਈਕਲ ਆਫ ਓਰੀਜਨ ਦਾ ਜਿਹੜਾ ਕੰਸੈਪਟ ਉਹ ਪਹਿਲੀ ਵਾਰ ਇੰਟਰੋਡਿਊਸ ਕਰਾਇਆ ਸੀਗਾ। ਸੋ 1884 ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ ਇਹਦੇ ਦੁਆਰਾ ਬਈ। ਸੋ ਇਹ ਪਹਿਲਾ ਬਣਦਾ ਹੈ। ਸੋ C ਆਨਸਰ ਇਹਦਾ ਕਰੈਕਟ ਰਹੂਗਾ। ਨੈਕਸਟ ਹੈ, ਵਾਟ ਇਜ਼ ਦ ਲੈਂਥ ਆਫ ਸਿਆਚਨ ਗਲੇਸ਼ੀਅਰ ਇਨ ਕਿਲੋਮੀਟਰ। ਸੋ ਇਹ ਕੁਛ ਦੋ ਕੁਐਸਚਨ ਆਏ ਸੀਗੇ, ਦੋਨੋਂ ਕੁਐਸਚਨ ਜਿਹੜੇ ਹੈ +1 ਦੀ ਜਿਹੜੀ ਜੋਗਰਾਫੀ ਹੈ ਬਈ ਪੰਜਾਬ ਬੋਰਡ ਦੀ, ਉਹਦੇ ਵਿੱਚ ਇਹ ਕੁਐਸਚਨ ਪਏ ਹੈਗੇ ਨੇਗੇ, ਅਗਰ ਤੁਹਾਨੂੰ ਨਹੀਂ ਮਿਲੇ ਸੀਗੇ ਤਾਂ ਸਿਆਚਨ ਗਲੇਸ਼ੀਅਰ ਦੀ ਜਿਹੜੀ ਕਿਲੋਮੀਟਰ ਦੀ ਲੰਬਾਈ ਬਣਦੀ ਹੈ ਉਹ 75 ਕਿਲੋਮੀਟਰ ਜਿਹੜਾ ਹੈ ਉਹ ਰਾਈਟ ਬਣਦਾ ਹੈ। ਸੋ ਇਹ 75 ਕਿਲੋਮੀਟਰ ਖੇਤਰ ਦੇ ਵਿੱਚ ਫੈਲਿਆ ਹੋਇਆ ਏਰੀਆ ਹੈਗਾ। ਮੂਨ ਕ੍ਰਿਸੈਂਟ ਸ਼ੇਪਡ ਸੈਂਡ ਡਿਊਨਸ ਆਰ ਆਲਸੋ ਨੋਨ ਐਜ਼। ਸੋ ਚੰਦਰਮਾ ਦੇ ਕ੍ਰਿਸਟ ਦੇ ਆਕਾਰ ਦੇ ਰੇਤ ਦੇ ਜਿਹੜੇ ਟਿੱਬੇ ਹੁੰਦੇ ਨੇਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਸੋ ਉਹਨਾਂ ਨੂੰ ਬਾਰਕਨਸ ਜਿਹੜਾ ਕਿਹਾ ਜਾਂਦਾ ਹੈਗਾ। ਸੋ ਇਹਦਾ ਵੀ C ਆਨਸਰ ਜਿਹੜਾ ਹੈ ਉਹ ਕਰੈਕਟ ਰਹੂਗਾ। ਨੈਕਸਟ ਹੈ ਜੀ, ਸ਼ਿੰਕ ਹੋਲ ਨਾਲ ਜੁੜਿਆ ਹੋਇਆ ਇੱਕ ਫਨਮਾਨ ਹੈ ਇਹਨਾਂ 'ਚੋਂ।
ਸੋ ਸਿੰਕ ਹੋਲ ਜਿਹੜੇ ਹੁੰਦੇ ਹੈਗੇ ਬਈ ਇਹ ਕਰਸਟ ਦੇ ਉੱਪਰ ਬਣਦੇ ਹੈਗੇ ਨੇਗੇ, ਕਰਸਟ ਦੇ ਨਾਲ ਜੁੜੇ ਹੁੰਦੇ ਹੈਗੇ ਨੇ। ਸੋ ਇਸ ਕਰਕੇ ਇਹ ਕਰਸਟ ਟੋਪੋਗ੍ਰਾਫੀ ਦੇ ਉੱਪਰ ਹੁੰਦੇ ਆ। ਸੋ ਆਪਾਂ ਉਹ ਲੈਂਡ ਫਾਰਮ ਦੇਖੇ ਹੈਗੇ ਨੇ। ਸੋ ਉੱਥੇ ਗਲੇਸ਼ੀਅਰ ਦੇ ਨਾਲ ਜਿਹੜੀ ਹੈ ਨਾ ਇਹ ਪ੍ਰਕਿਰਿਆ ਹੁੰਦੀ ਹੈਗੀ ਤੇ ਕਰਸਟ ਦੇ ਉੱਪਰ ਇਹ ਕ੍ਰੀਏਟ ਹੁੰਦੇ ਹੈਗੇ ਨੇਗੇ। ਨੈਕਸਟ ਹੈ ਜੀ ਸੀਮਾਵਾਂ, ਜਿੱਥੇ ਮੈਗਮਾ ਸਤ੍ਹਾ ਤੇ ਚੜ੍ਹਦਾ ਹੈ ਉੱਥੋਂ ਡੈਸ਼ ਦੇ ਰਿਜ ਬਣਦੇ ਹੈਗੇ ਨੇਗੇ। ਸੋ ਉੱਥੇ ਜਿਹੜੇ ਰਿਜ ਬਣਦੇ ਹੈਗੇ ਨੇ ਬਈ ਸੋ ਉਹ ਰੌਕਸ ਦੇ ਉੱਪਰ ਬਣਦੇ ਹੈਗੇ ਨੇਗੇ। ਸੋ ਇਹਦਾ ਆਨਸਰ ਸੀ ਰਹੂਗਾ, ਇਹਦਾ ਵੀ ਸੀ ਹੈ। ਓਕੇ, ਰੌਕਸ ਦੇ ਉੱਪਰ ਬਣਦੀਆਂ ਹੈਗੀਆਂ ਨੇ ਇਹ ਚਟਾਨਾਂ ਜਿਹੜੀਆਂ ਰਿਜਸ ਬਣਦੀਆਂ ਹੈਗੀਆਂ ਨੇ ਮੈਗਮੇ ਦੇ ਦੁਆਰਾ। ਨੈਕਸਟ ਹੈ ਜੀ ਬਹੁਤ ਸੌਖਾ ਕੁਐਸਚਨ, ਪੰਜਾਬ ਦਾ ਬਿਸਤ ਦਬਾਅ ਡੈਸ਼ ਨਦੀਆਂ ਦੇ ਵਿਚਕਾਰ ਹੈ। ਉਮੀਦ ਹੈ ਕਿ ਸਾਰਿਆਂ ਨੂੰ ਆਉਂਦਾ ਹੋਊਗਾ, ਇੱਕ ਅੱਧੇ ਨੂੰ ਛੱਡ ਕੇ ਆਲਮੋਸਟ, ਕਿਉਂਕਿ ਸਾਰਿਆਂ ਨੇ ਇੰਨੀ ਤਿਆਰੀ ਜਿਹੜੀ ਉਹ ਕੀਤੀ ਸੀ। ਬਿਆਸ ਅਤੇ ਸਤਲੁਜ ਦਾ ਜਿਹੜਾ ਵਿਚਕਾਰਲਾ ਖੇਤਰ ਹੈ ਬਈ ਉਸ ਨੂੰ ਕਿਹਾ ਜਾਂਦਾ ਸੀਗਾ ਬਿਸਤ ਦਬਾਅ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਦੁਨੀਆ ਦੀ ਸਭ ਤੋਂ ਲੰਬੀ ਪਹਾੜੀ ਹੈ? ਸਭ ਤੋਂ ਲੰਬੀ ਪਹਾੜੀ ਜਿਹੜੀ ਆ ਉਹ ਐਂਡੀਜ਼ ਪਰਬਤ ਬਣਦੇ ਹੈਗੇ ਸੀਗੇ। ਸੋ ਇਹਦਾ ਆਨਸਰ ਵੀ ਬਈ ਸੀ ਰਹੂਗਾ। ਨੈਕਸਟ ਹੈ ਕੁਐਸਚਨ ਨੰਬਰ 13 ਆਈਸੋਹਿਲਾਨਸ। ਸੋ ਆਈਸੋਹਿਲਾਨਸ ਜਿਹੜੀਆਂ ਸੀਗੀਆਂ ਬਈ ਇਹ ਜੁੜੀਆਂ ਸੀਗੀਆਂ ਸੈਲਨਟੀ ਦੇ ਨਾਲ, ਖਾਰੇਪਨ ਦੇ ਨਾਲ। ਸੋ ਇਹਦਾ ਆਨਸਰ ਜਿਹੜਾ ਹੈ ਉਹ ਡੀ ਕਰੈਕਟ ਹੈਗਾ ਬਈ, ਜਿਹੜਾ ਕਿ ਇਕੁਅਲ ਸੈਲਨਟੀ ਯਾਨੀ ਕਿ ਇੱਕੋ ਜਿਹੇ ਬਰਾਬਰ ਖਾਰੇਪਨ ਨੂੰ ਸ਼ੋ ਕਰਦੇ ਸੀਗੇ। ਸੋ ਡੀ ਆਨਸਰ ਇਹਦਾ ਕਰੈਕਟ ਹੈ। ਨੈਕਸਟ ਹੈ ਜੀ ਸਾਡੇ ਸੂਰਜੀ ਪਰਿਵਾਰ ਦਾ ਦੂਜਾ ਸਭ ਤੋਂ ਵੱਡਾ ਗ੍ਰਹਿ। ਸੋ ਦੂਜਾ ਸਭ ਤੋਂ ਵੱਡਾ ਗ੍ਰਹਿ ਬਈ ਸ਼ਨੀ ਸੀਗਾ, ਪਹਿਲਾ ਯੂਰੇਨਸ ਸੀਗਾ ਤੇ ਦੂਸਰਾ ਸ਼ਨੀ ਆ ਜਾਂਦਾ ਹੈ। ਸੋ ਇਹਦਾ ਵੀ ਆਨਸਰ ਏ ਸਹੀ ਰਹੂਗਾ। ਨੈਕਸਟ ਹੈ 15 ਨੰਬਰ ਕੁਐਸਚਨ, ਭਾਰਤ ਦੇ ਕਿਸ ਸ਼ਹਿਰ ਦੇ ਵਿੱਚ, ਕਿਸ ਰਾਜ ਦੇ ਵਿੱਚ ਚਿਲਕਾ ਝੀਲ ਸਥਿਤ ਹੈ? ਇਹ ਵੀ ਵਾਰ-ਵਾਰ ਰਿਪੀਟ ਹੋ ਰਿਹਾ ਕੁਐਸਚਨ। ਸੋ ਇਹ ਉੜੀਸਾ ਰਾਜ ਦੇ ਵਿੱਚ ਸਥਿਤ ਹੈ ਬਈ ਚਿਲਕਾ, ਠੀਕ ਹੈ। ਸੋ ਇਹ ਸਭ ਤੋਂ ਵੱਡੀ ਝੀਲ ਜਿਹੜੀ ਇੱਥੇ ਹੋ ਜਾਂਦੀ ਹੈਗੀ ਆ। ਨੈਕਸਟ ਹੈ ਗ੍ਰੇਟ ਬੈਰੀਅਰ ਰੀਫ ਕਿੱਥੇ ਸਥਿਤ ਹੈ? ਗ੍ਰੇਟ ਬੈਰੀਅਰ ਰੀਫ ਜਿਹੜਾ ਹੈ ਇਹ ਈਸਟ ਸਾਈਡ ਦੇ ਵਿੱਚ ਆਸਟ੍ਰੇਲੀਅਨ ਕੋਸਟ ਦੇ ਉੱਪਰ ਜਿਹੜੀ ਪਾਈ ਜਾਂਦੀ ਹੈਗੀ ਜਿੱਥੇ ਕਿ ਕੋਰਲ ਰੀਫਸ ਪਾਇਆ ਜਾਂਦਾ ਨਾ। ਸੋ ਸਾਰੇ ਖੇਤਰ ਨੂੰ ਜਿਹੜਾ ਗ੍ਰੇਟ ਬੈਰੀਅਰ ਰੀਫ ਕਿਹਾ ਜਾਂਦਾ, ਜਿੱਥੇ ਬਹੁਤ ਸਾਰੇ ਜੀਵ ਜੰਤੂ ਜਿਹੜੇ ਉਹ ਪਾਏ ਜਾਂਦੇ ਹੈਗੇ ਨੇ। ਨੈਕਸਟ ਹੈ ਜੀ ਕੁਐਸਚਨ ਨੰਬਰ 17 ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜਿਓਮੋਰਫਿਕ ਜੋੜਿਆ ਨਹੀਂ ਹੈ, ਸਹੀ ਨਹੀਂ ਹੈ ਇਹਨਾਂ ਚੋਂ, ਠੀਕ ਹੈ। ਸਰਕਸ ਜਿਹੜੇ ਬਣਦੇ ਆ ਵੀ ਇਹ ਗਲੇਸ਼ੀਅਰ ਦੇ ਦੁਆਰਾ ਹੀ ਬਣਦੇ ਆ, ਕੋਰਲ ਜਿਹੜੇ ਆ ਓਸ਼ਨ ਦੇ ਵਿੱਚ ਬਣਦੇ ਹੈਗੇ ਨੇ, ਡੈਲਟਾ ਰਿਵਰ ਦੇ ਦੁਆਰਾ ਬਣਦਾ ਹੈ, ਬਟ ਸਿੰਕ ਹੋਲ ਜਿਹੜੇ ਆ ਉਹ ਏਲੀਅਨਸ ਦੇ ਨਾਲ ਯਾਨੀ ਕਿ ਹਵਾ ਦੇ ਦੁਆਰਾ ਨਹੀਂ ਬਣਦੇ ਹੈਗੇ। ਇਹ ਗਲੇਸ਼ੀਅਰ ਦੇ ਨਾਲ ਜੁੜਿਆ ਹੋਇਆ ਇੱਕ ਕਨਸੈਪਟ ਹੈਗਾ, ਇਸ ਕਰਕੇ ਇਹਦਾ ਕਰੈਕਟ ਆਨਸਰ ਜਿਹੜਾ ਹੈ ਉਹ ਡੀ ਰਹੂਗਾ। ਓਕੇ, ਇਹ ਨਹੀਂ ਆਊਗਾ, ਇਹ ਨਹੀਂ, ਇਹ ਹੈਗੇ ਨੇ ਸੌਰੀ ਦੇ ਵਿੱਚ, ਬਟ ਇਹਦੇ ਵਿੱਚੋਂ ਸਿੰਕ ਹੋਲ ਜਿਹੜਾ ਹੈ ਉਹ ਨਹੀਂ ਮੈਚ ਕਰਦਾ ਇਹਦੇ ਨਾਲ। ਸੋ ਇਸ ਕਰਕੇ ਇਹਦਾ ਆਨਸਰ ਡੀ ਸਹੀ ਰਹੂਗਾ। ਨੈਕਸਟ ਹੈ ਵੀ ਕੁਐਸਚਨ ਨੰਬਰ 18 ਬਿਗ ਬੈਂਗ ਥਿਊਰੀ ਇੱਕ ਵਿਸ਼ਾਲ ਥਿਊਰੀ ਹੈ ਜਿਸ ਦਾ ਮਤਲਬ ਹੈਗਾ ਐਕਸਪਲੋਸ਼ਨ ਦੈਟ ਕ੍ਰੀਏਟਸ ਦਾ ਯੂਨੀਵਰਸ, ਯਾਨੀ ਕਿ ਇੱਕ ਵਿਸਫੋਟ ਦੇ ਦੁਬਾਰਾ ਬ੍ਰਹਿਮੰਡ ਜਿਹੜਾ ਹੋਣ ਦੇ ਵਿੱਚ ਆਇਆ ਹੈ। ਸੋ ਇਸ ਲਈ ਦਾ ਆਨਸਰ ਬੀ ਰਹੂਗਾ, ਜਿਹੜੇ ਕਿ 13.7 ਬਿਲੀਅਨ ਸਾਲ ਪਹਿਲਾਂ ਇੱਕ ਘਟਨਾ ਹੋਈ ਸੀਗੀ। ਦਾ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਵੈਂਟ ਇਨਟੂ ਇਫੈਕਟ। ਸੋ ਇਹ ਕਦੋਂ ਵੀ ਲਾਗੂ ਕੀਤਾ ਗਿਆ, ਕਦੋਂ ਸ਼ੁਰੂ ਕੀਤਾ ਗਿਆ, ਕਿਸ ਸਾਲ ਦੇ ਵਿੱਚ? ਸਾਲ 1986 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ। ਨੈਕਸਟ ਹੈ ਸੂਰਜ 21 ਦਸੰਬਰ ਨੂੰ ਦੁਪਹਿਰ ਵੇਲੇ ਕਿੱਥੇ ਸਿੱਧਾ ਪੈਂਦਾ ਹੈ ਜੀ? ਤਾਂ 23.5 ਡਿਗਰੀ ਸਾਊਥ ਦੱਖਣ ਦੇ ਵਿੱਚ ਪੈਂਦਾ ਹੈਗਾ ਬਈ ਟ੍ਰੋਪਿਕ ਆਫ ਕੈਪਰੀਕੌਨ ਦੇ ਉੱਪਰ। ਇਹ ਆਨਸਰ ਕਰੈਕਟ ਰਹੂਗਾ। ਨੈਕਸਟ ਹੈ ਮਾਰਬਲ ਇਜ਼। ਸੋ ਮਾਰਬਲ ਕੀ ਹੈ? ਇਹ ਇੱਕ ਤਰ੍ਹਾਂ ਦੀ ਮੈਟਾਮੋਰਫਿਕ ਜਿਹੜੀ ਹੈ ਰੌਕ ਹੈ ਜੋ ਕਿ ਕੈਮੀਕਲ ਦੇ ਰਿਐਕਸ਼ਨ ਦੇ ਨਾਲ ਕ੍ਰੀਏਟ ਹੁੰਦੀਆਂ ਹੋਈਆਂ ਨੇਗੀਆਂ। ਨੈਕਸਟ ਹੈ 22 ਨੰਬਰ ਸੋ ਸਮੁੰਦਰ ਦੇ ਪਾਣੀ ਦੇ ਵਿੱਚ ਖਾਰਾਪਣ ਸਭ ਤੋਂ ਵੱਧ ਕਿੱਥੇ ਮਿਲਦਾ ਹੈ? ਟ੍ਰੋਪੀਕਲ ਰੀਜਨ ਦੇ ਵਿੱਚ ਮਿਲਦਾ ਹੈਗਾ ਬਈ, ਜਿਹੜਾ ਕਿ 23.5 ਡਿਗਰੀ ਤੋਂ ਲੈ ਕੇ, ਠੀਕ ਹੈ, ਦੋਨੋਂ ਸਾਈਡ ਦੇ ਵਿੱਚ ਇਹ ਸਾਰਾ ਖੇਤਰ ਟ੍ਰੋਪੀਕਲ ਰੀਜਨ ਬਣਦਾ ਹੁੰਦਾ ਆਲਮੋਸਟ, ਠੀਕ ਹੈ। ਸੋ ਇਹ ਸਾਰੇ ਖੇਤਰ ਦੇ ਵਿੱਚ ਜਿਹੜਾ ਐਵੈਪੋਰੇਸ਼ਨ ਜ਼ਿਆਦਾ ਹੁੰਦਾ ਹੈ, ਜਿਹਦੇ ਕਾਰਨ ਕਰਕੇ ਸਮੁੰਦਰਾਂ ਦੇ ਵਿੱਚ ਜਿਹੜੀ ਹੈ ਨਮੀ ਉਹਦੀ ਮਾਤਰਾ ਘਟ ਜਾਂਦੀ ਹੈ, ਪਾਣੀ ਦੀ ਮਾਤਰਾ ਘਟ ਜਾਂਦੀ ਹੈ ਅਤੇ ਨਮਕ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਹੈ, ਇਸ ਕਰਕੇ ਟ੍ਰੋਪੀਕਲ ਏਰੀਆ ਆਊਗਾ। ਨੈਕਸਟ ਹੈ ਪੰਜਾਬ ਦੇ ਵਿੱਚ ਕਿਹੜਾ ਦਰਿਆ ਨਹੀਂ ਵਗਦਾ? ਬਹੁਤ ਈਜ਼ੀ ਕੁਐਸਚਨ ਸੀ। ਸੋ ਕ੍ਰਿਸ਼ਨਾ ਜਿਹੜਾ ਹੈ ਉਹ ਨਹੀਂ ਵਗਦਾ, ਉਹ ਸਾਊਥ ਦੇ ਵਿੱਚ ਹੈ, ਠੀਕ ਹੈ। ਨੈਕਸਟ ਹੈ ਜੀ 24 ਨੰਬਰ ਇਹਨਾਂ ਦੇ ਵਿੱਚੋਂ ਕਿਹੜਾ ਠੰਡੇ ਪਾਣੀ ਦੀ ਸਮੁੰਦਰੀ ਕਰੰਟ ਨਹੀਂ ਹੈਗਾ? ਕੋਲਡ ਵਾਟਰ ਓਸ਼ਨ ਨਹੀਂ ਹੈਗੀ ਇਹਨਾਂ ਚੋਂ। ਲੈਬਰਾਡੋਰ ਹੈਗੀ ਹੈਗੀ ਵੀ ਅਟਲਾਂਟਿਕ ਓਸ਼ਨ 'ਚ ਆ, ਫਾਕਲੈਂਡ ਆ ਜਾਂਦੀ ਹੈਗੀ, ਓਕਸ ਜਿਹੜੀ ਲੈ ਕੇ ਗਿਆ ਵੀ ਇਹ ਵੀ ਕੋਲਡ ਹੈਗੀ, ਬਟ ਕੋਲਡ ਨਹੀਂ ਹੈ, ਠੀਕ ਹੈ। ਇਹਨਾਂ ਦੇ ਵਿੱਚੋਂ ਫਲੋਰੀਡਾ ਜਿਹੜੀ ਹੈ ਬਈ ਇਹ ਗਰਮ ਹੈਗੀ, ਠੀਕ ਹੈ, ਵਾਰਮ ਕਰੰਟ ਹੈ। ਸੋ ਇਸ ਕਰਕੇ ਜਿਹੜਾ ਹੈ ਇਸਦਾ ਸਹੀ ਆਨਸਰ ਬੀ ਰਹੂਗਾ। ਨੈਕਸਟ ਹੈ ਜੀ ਓਕੇ ਮੌਸਮ ਦੇ ਨਕਸ਼ਿਆਂ ਦੇ ਵਿੱਚ ਦਬਾਅ ਦੀ ਵੰਡ ਕੀਤੀ ਜਾਂਦੀ ਹੈ, ਜਿਹੜਾ ਪ੍ਰੈਸ਼ਰ ਸ਼ੋ ਕੀਤਾ ਜਾਂਦਾ ਹੈ ਬਈ ਉਹ ਆਈਸੋਬਾਰ ਦੀ ਜਿਹੜੀਆਂ ਲਾਈਨਸ ਨੇ ਉਹਨਾਂ ਨਾਲ ਸ਼ੋ ਕੀਤਾ ਜਾਂਦਾ ਹੈਗਾ।
ਨੈਕਸਟ ਹੈ ਪ੍ਰਸ਼ਾਂਤ ਮਹਾਸਾਗਰ ਦੇ ਤਕਨੀਕੀ ਤੌਰ ਤੇ ਸਰਗਮ ਜਵਾਲਾਮੁਖੀ ਪਹਾੜ ਨੂੰ ਕੀ ਕਿਹਾ ਜਾਂਦਾ ਹੈ? ਸੋ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਤਰ੍ਹਾਂ ਦਾ ਸਾਨੂੰ ਖੇਤਰ ਦੇਖਣ ਨੂੰ ਮਿਲਦਾ ਹੈ ਬਈ, ਜਿੱਥੇ ਬਹੁਤ ਸਾਰੇ ਵੋਲਕੈਨਿਕ ਜਿਹੜੇ ਹਨ ਇਕੱਠੇ ਚੱਲਦੇ ਹੈਗੇ ਨੇ। ਸੋ ਉਹ ਰਿੰਗ ਆਫ ਫਾਇਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਰਿੰਗ ਆਫ ਫਾਇਰ। ਨੈਕਸਟ ਹੈ ਜੀ ਜਵਾਲਾਮੁਖੀ ਫਟਣ ਦੀ ਸਮੱਗਰੀ ਦੇ ਵਿੱਚ ਸ਼ਾਮਲ ਹੁੰਦਾ ਹੈ। ਸੋ ਇਹ ਵੀ ਰਿਪੀਟ ਹੋਇਆ ਕੁਐਸਚਨ ਬਈ, ਸੋਲਿਡ, ਲਿਕੁਇਡ ਤੇ ਗੈਸ, ਇਹ ਤਿੰਨੋਂ ਤਰ੍ਹਾਂ ਦੇ ਪਦਾਰਥ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇਗੇ। ਨੈਕਸਟ ਹੈ ਵੀ ਕੁਐਸਚਨ ਨੰਬਰ ਭੂਗੋਲ ਸ਼ਬਦ ਇਹਨਾਂ ਦੁਆਰਾ ਵਰਤਿਆ ਗਿਆ, ਇਹ ਵੀ ਕੁਐਸਚਨ ਰਿਪੀਟ ਹੋਇਆ ਬਈ। ਸੋ ਏਰਾਟੋਥਨੀਜ਼ ਦੇ ਦੁਆਰਾ ਜਿਹੜਾ ਇਸ ਸ਼ਬਦ ਦਾ ਪ੍ਰਯੋਗ ਆ ਉਹ ਕੀਤਾ ਗਿਆ ਹੈ। ਨੈਕਸਟ ਹੈ ਸਭ ਤੋਂ ਵੱਡਾ ਮੀਕਾ ਰਿਜ਼ਰਵ, ਸੋ ਇਹ ਵੀ ਰਿਪੀਟ ਹੋਇਆ ਕੁਐਸਚਨ ਬਈ। ਸੋ ਇਹ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਮੀਕਾ ਪਾਇਆ ਜਾਂਦਾ, ਜਿਹਨੂੰ ਅਬਰਕ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ। ਨੈਕਸਟ ਹੈ ਦ ਗੋਲਫ ਸਟਰੀਮ ਇਜ਼, ਸੋ ਖਾੜੀ ਦੀ ਜਿਹੜੀ ਧਾਰਾ ਹੈ ਵੀ ਉਹ ਕੀ ਹੈ? ਇੱਕ ਵਾਰਮ ਕਰੰਟ ਹੈ ਜਿਹੜੀ ਕਿ ਨਾਰਥ ਅਟਲਾਂਟਿਕ ਦੇ ਵਿੱਚ ਜਾ ਕੇ ਮਿਲਦੀ ਹੈਗੀ, ਨਾਰਥ ਅਟਲਾਂਟਿਕ ਖੇਤਰ ਦੇ ਵਿੱਚ ਮਿਲਦੀ ਹੈਗੀ ਆ। ਓਕੇ, ਔਰ ਇਹ ਇੱਕ ਤਾਂ ਵਾਰਮ ਕਰੰਟ ਆ ਜਾਂਦੀ ਹੈਗੀ ਕਿ ਗੋਲਫ ਸਟਰੀਮ, ਦੂਸਰੀ ਸਾਈਡ ਲਿਬਰੇਡੋਰ ਆਉਂਦੀ ਹੈ। ਇਹ ਦੋਨੋਂ ਮਿਲ ਕੇ ਜਿਹੜਾ ਹੈ ਬਈ ਗ੍ਰੈਂਡ ਬੈਂਕ ਦਾ ਨਿਰਮਾਣ ਕਰਦੇ ਸੀ, ਆਪਾਂ ਤੁਹਾਨੂੰ ਕਰਵਾਇਆ ਵੀ ਸੀਗਾ। ਓਕੇ, ਨੈਕਸਟ ਹੈ ਅਰਥਕੁਇਕਸ ਅਕਿਅਰ ਵੈਨ ਦੇਅਰ ਇਜ਼ ਏ ਸਡਨ ਰਿਲਾਈਜ਼ ਆਫ ਐਨਰਜੀ ਸਟੋਰਡ ਅਪ ਇਨ ਦਾ ਅਰਥ ਇਜ਼ ਕਾਲਡ। ਸੋ ਭੂਚਾਲ ਉਦੋਂ ਆਉਂਦੇ ਹਨ ਜਦੋਂ ਧਰਤੀ ਵਿੱਚ ਜਮ੍ਹਾਂ ਹੋਈ ਊਰਜਾ ਅਚਾਨਕ ਛੱਡੀ ਜਾਂਦੀ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹੈਗੇ ਆਂਗੇ? ਸੋ ਇਹ ਕਿਹੜੀ ਲੇਅਰ ਦੇ ਵਿੱਚ ਆਪਾਂ ਕਹਿ ਸਕਦੇ ਨਾ ਮਿਲਦੇ ਹੈਗੇ ਸਾਨੂੰ, ਜੇ ਆਪਾਂ ਗੱਲ ਕਰੀਏ ਜਿੱਥੇ ਸਡਨ ਰਿਲਾਈਜ਼ ਦੇਖਣ ਨੂੰ ਮਿਲਦਾ ਹੈ ਅਰਥ ਦਾ। ਸੋ ਇਹ ਅੱਪਰ ਜਿਹੜੀ ਮੈਂਟਲ ਹੈ ਵੀ ਉਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈ ਪਰਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਦੋਂ ਕੋਈ ਭੂਚਾਲ ਆਉਂਦਾ ਹੈਗਾ, ਅਚਾਨਕ ਛੱਡੀ ਜਾਂਦੀ ਹੈਗੀ। ਓਕੇ, ਅੱਪਰ ਮੈਂਟਲ ਜਿਹੜਾ ਖੇਤਰ ਹੋਊਗਾ ਵੀ ਉਹਦੇ ਵਿੱਚ ਆਊਗਾ, ਇਹ ਕੋਰ ਦੇ ਵਿੱਚ ਨਹੀਂ ਆਊਗਾ। ਠੀਕ ਹੈ, ਕਈਆਂ ਨੇ ਇਨਰ ਕੋਰ ਵੀ ਲਾਇਆ ਹੋਊਗਾ, ਸੋ ਉਹ ਨਹੀਂ ਬਣੂਗਾ ਇਹਦਾ। ਠੀਕ ਹੈ, ਅੱਪਰ ਮੈਂਟਲ ਦੇ ਵਿੱਚ ਜਿਹੜੀ ਜ਼ਿਆਦਾ ਹਲਚਲ ਹੁੰਦੀ ਹੈਗੀ, ਸਡਨ ਰਿਲਾਈਜ਼ ਹੁੰਦਾ, ਸੋ ਉੱਥੇ ਇਹਦੀਆਂ ਸਭ ਤੋਂ ਵੱਧ ਜਿਹੜਾ ਪ੍ਰਭਾਵ ਉਹ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਹਿੰਦ ਮਹਾਸਾਗਰ ਵਿੱਚ ਸਭ ਤੋਂ ਛੋਟਾ ਟਾਪੂ ਕਿਹੜਾ ਹੈ ਬਈ? ਸੋ ਇਹ ਮਾਲਦੀਵ ਜਿਹੜਾ ਹੈ ਸਭ ਤੋਂ ਛੋਟਾ ਆ ਜਾਂਦਾ ਹੈਗਾ। ਨੈਕਸਟ ਹੈ ਫਾਲਟ ਬਲਾਕ ਪਹਾੜ, ਜੋ ਕਿ ਅਕਸਰ ਰਿਫਟਿੰਗ ਦੇ ਨਤੀਜੇ ਵਜੋਂ ਹੋਣ ਦੇ ਵਿੱਚ ਆਉਂਦੇ ਨੇ, ਇਹ ਕਿਸ ਚੀਜ਼ ਦਾ ਸੂਚਕ ਮੰਨਿਆ ਜਾਂਦਾ ਹੈ? ਸੋ ਇਹ ਐਕਸਟੈਂਸ਼ਨਲ ਜਿਹੜੀ ਟੈਕਟੋਨਿਕ ਪਲੇਟਸ ਨੇਗੀਆਂ ਉਹਨਾਂ ਦੇ ਹੇਠਾਂ ਉੱਪਰ ਹੋਣ ਦੇ ਨਾਲ ਬਲਾਕ ਮਾਊਂਟੇਨ ਜਿਹੜੇ ਆ ਉਹ ਕ੍ਰੀਏਟ ਹੁੰਦੇ ਨੇਗੇ, ਇੱਕ ਪਾਸਾ ਥੱਲੇ ਤੱਕ ਜਾਂਦਾ ਹੈ ਜਾਂ ਇੱਕ ਉੱਪਰ ਉੱਠ ਜਾਂਦਾ ਹੈਗਾ। ਨੈਕਸਟ ਹੈ ਵਾਟ ਇਜ਼ ਦਾ ਪਰਸੈਂਟੇਜ ਆਫ ਸੋਲਰ ਰੇਡੀਏਸ਼ਨ ਰਿਫਲੈਕਟਿੰਗ ਇਨਟੂ ਦਾ ਸਪੇਸ ਬਾਈ ਟ੍ਰੋਪੋਸਫੇਅਰ? ਟ੍ਰੋਪੋਸਫੇਅਰ ਦੇ ਦੁਆਰਾ ਜਿਹੜੀ ਬਈ ਰਿਫਲੈਕਟ ਕੀਤੀ ਜਾਂਦੀ ਹੈਗੀ ਸੋਲਰ ਰੇਡੀਏਸ਼ਨ, ਉਹ 34% ਹੈਗੀ। ਠੀਕ ਹੈ, 34% ਜਿਹੜੀ ਹੈਗੀ ਉਹ ਰਿਫਲੈਕਟ ਕਰ ਦਿੱਤੀ ਜਾਂਦੀ ਹੈਗੀ ਵਾਪਸ। ਸੋ ਇਹ ਟੌਪਿਕ ਵੀ ਤੁਹਾਨੂੰ ਪੂਰਾ ਕਰਵਾਇਆ ਸੀਗਾ ਮੈਂ, ਜਿਹਦੇ ਵਿੱਚ ਕਿੰਨੀ ਕਿੱਧਰੋਂ ਆਉਂਦੀ ਹੈਗੀ ਉਹ ਸਾਰੀ ਰਿਫਲੈਕਸ਼ਨ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ। ਨੈਕਸਟ ਹੈ ਜੀ ਹੇਠ ਲਿਖੀਆਂ ਨਦੀਆਂ ਦੇ ਵਿੱਚੋਂ ਕਿਸ ਨੂੰ ਚੀਨ ਦਾ ਦੁੱਖ ਕਿਹਾ ਜਾਂਦਾ ਹੈ? ਸੋਰੋ ਆਫ ਚਾਈਨਾ। ਸੋ ਇਹ ਹਵਾਂਗ ਹੋ ਨਦੀ ਹੈ ਬਈ, ਇਹ ਵੀ ਰਿਪੀਟ ਹੋਇਆ ਹੈ ਕੁਐਸਚਨ ਇਸ ਵਾਰ। ਸੋ ਇਹ ਵੀ ਆਪਾਂ ਜਿਹੜੇ ਪ੍ਰੀਵੀਅਸ ਪੇਪਰ ਦੇ ਵਿੱਚ ਕਵਰ ਕੀਤਾ ਹੋਇਆ ਸੀ। ਨੈਕਸਟ ਹੈ ਦ ਅੱਪਰ ਮੋਸਟ ਲੇਅਰ ਆਫ ਦਾ ਐਟਮੋਸਫੇਅਰ ਇਜ਼ ਰੈਫਰਡ ਐਜ਼, ਸੋ ਅੱਪਰ ਮੋਸਟ ਸਭ ਤੋਂ ਉੱਪਰਲੀ ਇਹਨਾਂ ਦੇ ਵਿੱਚੋਂ ਜਿਹੜੀ ਲਾਸਟ ਬਣਦੀ ਆ ਉਹ ਐਕਸੋਸਫੇਅਰ ਸੀਗੀ ਬਈ। ਠੀਕ ਹੈ, ਜੋ ਕਿ ਆਖਰ ਦੇ ਵਿੱਚ ਆਉਂਦੀ ਸੀਗੀ ਸਭ ਤੋਂ ਉੱਪਰਲੀ। ਟਿਹਰੀ ਡੈਮ, ਇਹ ਵੀ ਬਈ ਵਾਰ-ਵਾਰ ਰਿਪੀਟ ਹੋ ਰਿਹਾ ਕੁਐਸਚਨ। ਸੋ ਇਹ ਉੱਤਰਾਖੰਡ ਦੇ ਵਿੱਚ ਸਥਿਤ ਸੀਗਾ, ਔਰ ਐਕਸੋਸਫੇਅਰ ਵਾਲਾ ਵੀ ਬਈ ਪਿਛਲੀ ਵਾਰ ਵੀ ਆਇਆ ਸੀਗਾ ਤੇ ਇਸ ਵਾਰ ਵੀ ਜਿਹੜਾ ਉਹ ਰਿਪੀਟ ਹੋ ਗਿਆ ਹੈ ਪਿਛਲੇ ਪੇਪਰਾਂ ਦੇ ਦੌਰਾਨ। ਓਕੇ, ਨੈਕਸਟ ਹੈ ਜੀ ਸੰਪੇਖਕ ਨਮੀ ਨੂੰ ਪ੍ਰਭਾਵਿਤ ਕਰਨ ਵਾਲਾ ਪ੍ਰਮੁੱਖ ਕਾਰਕ ਕੀ ਹੈ? ਜੇ ਆਪਾਂ ਰਿਲੇਟਿਵ ਹਿਊਮਿਡਿਟੀ ਦੀ ਗੱਲ ਕਰੀਏ ਤਾਂ ਇਹਦੇ ਉੱਪਰ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਉਹ ਟੈਂਪਰੇਚਰ ਪਾਉਂਦਾ ਹੈਗਾ। ਟੈਂਪਰੇਚਰ ਦੇ ਆਧਾਰ ਦੇ ਉੱਪਰ ਆਪਾਂ ਕਹਿ ਸਕਦੇ ਹੈਗੇ ਇਹ ਕਲੀਅਰ ਹੁੰਦਾ ਹੈਗਾ। ਠੀਕ ਹੈ, ਕਿ ਕਿੰਨੀ ਨਮੀ ਉਹਦੇ ਵਿੱਚ ਮੌਜੂਦ ਹੋਵੇਗੀ। ਨੈਕਸਟ ਹੈ ਚੰਦਰਮਾ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਰੋਜ਼ਾਨਾ ਲਹਿਰਾਂ ਦੇ ਕਾਰਨ ਦਾ ਸਭ ਤੋਂ ਮਹੱਤਵਪੂਰਨ ਕਾਰਕ। ਦੇਖੋ ਜਿਹੜੀਆਂ ਧਰਤੀ ਦੇ ਉੱਪਰ ਲਹਿਰਾਂ ਉੱਠਦੀਆਂ ਨੇ, ਟਾਈਡਸ ਉੱਠਦੀਆਂ ਨੇ, ਉਹ ਦੋ ਕਾਰਨ ਉਹਦੇ ਪਿੱਛੇ। ਇੱਕ ਤਾਂ ਸੀਗਾ ਬਈ ਮੂਨ, ਠੀਕ ਹੈ, ਇਹ ਵੀ ਆਪਾਂ ਜਵਾਹਰ ਭਾਟੀਵਾਲ 'ਚ ਕੀਤਾ ਸੀ। ਦੂਸਰਾ ਹੈਗਾ ਸਨ, ਕਿਉਂਕਿ ਪਹਿਲਾਂ ਮੈਂਸ਼ਨ ਕਰ ਦਿੱਤਾ ਸੀ ਉਹਨਾਂ ਨੇ ਉਹਦੇ ਕੁਐਸਚਨ ਦੇ ਵਿੱਚ ਹੀ। ਦੂਸਰਾ ਕਿਹੜਾ ਹੈ? ਸਭ ਤੋਂ ਵੱਡਾ ਸੂਰਜ ਹੈ। ਠੀਕ ਹੈ, ਇਸ ਤੋਂ ਬਾਅਦ ਕੋਲਿਸ ਇਫੈਕਟ ਆਉਂਦਾ ਹੈ, ਇਹ ਬਾਅਦ ਦੇ ਵਿੱਚ ਆਉਂਦਾ ਹੈ। ਬਟ ਉਸ ਤੋਂ ਬਾਅਦ ਮੂਨ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਕਾਰਨ ਬਣਦਾ ਹੈ ਉਹ ਸੂਰਜ ਬਣਦਾ ਹੈ, ਜੋ ਕਿ ਇੱਕ ਦੂਸਰੇ ਵੱਲ ਪਾਣੀ ਨੂੰ ਆਪਣੇ ਵੱਲ ਖਿੱਚਦੇ ਹੈਗੇ ਨੇ। ਸੋ ਇਹ ਆਨਸਰ ਇਹਦਾ ਕਰੈਕਟ ਰਹੂਗਾ। ਨੈਕਸਟ ਹੈ 40 ਨੰਬਰ ਦ ਪਲੇਸ ਵੇਅਰ ਟ੍ਰੇਡ ਵਿੰਡਸ ਆਫ ਦਾ ਟੂ ਹੈਮਸਫੇਅਰ ਮੀਟ ਇਜ਼ ਕਾਲਡ। ਸੋ ਉਹ ਥਾਂ ਜਿੱਥੋਂ ਦੋ ਅਰਧ ਗੋਲਿਆਂ ਦੀ ਟ੍ਰੇਡ ਹਵਾਵਾਂ ਮਿਲਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ? ਸੋ ਉਸ ਨੂੰ ਕਿਹਾ ਜਾਂਦਾ ਹੈ ਇੰਟਰਟ੍ਰੋਪੀਕਲ ਕਨਵਰਜੈਂਟ ਜ਼ੋਨਸ। ਇਹ ਦੋਨੋਂ ਸਥਾਨਾਂ ਦੇ ਵਿੱਚੋਂ ਆ ਕੇ ਇਸ ਸਥਾਨ ਵਿਖੇ ਮਿਲਦੀਆਂ ਹੈਗੀਆਂ ਨੇ। ਇੱਕ ਸੁੱਕੀ ਠੰਡੀ ਹਵਾ ਦੇ ਪੁੰਜ ਨੂੰ ਕੀ ਕਿਹਾ ਜਾਂਦਾ ਹੈ? ਸੋ ਇੱਕ ਸੁੱਕੀ ਹਵਾ ਹੈਗੀ ਆ ਤੇ ਇੱਕ ਠੰਡੀ ਹਵਾ ਦਾ ਪੁੰਜ ਹੈਗਾ। ਸੋ ਇਸ ਸਥਾਨ ਨੂੰ ਜਿਹੜਾ ਨਾਮ ਦਿੱਤਾ ਜਾਂਦਾ ਹੈ ਬਈ ਉਹ ਹੈ ਕੰਟੀਨੈਂਟਲ ਪੋਲਰ, ਮਹਾਂਦੀਪੀ ਧਰੁਵ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਨੈਕਸਟ ਹੈ ਮਹਾਂਦੀਪੀ ਵਹਿਣ ਦਾ ਸਿਧਾਂਤ ਕਿਸ ਨੇ ਦਿੱਤਾ? ਕੰਟੀਨੈਂਟਲ ਡ੍ਰਿਫਟ। ਸੋ ਇਹ ਵੀ ਰਿਪੀਟ ਹੋਇਆ ਬਈ, ਅਲਫਰਡ ਵੈਗਨਰ ਨੇ ਦਿੱਤਾ ਸੀਗਾ। ਸੋ ਇਹ ਸਾਰਿਆਂ ਨੂੰ ਪਤਾ ਹੀ ਹੋਊਗਾ। ਨੈਕਸਟ ਹੈ ਜੀ ਹਵਾ ਦੀਆਂ ਪੱਟੀਆਂ 30 ਡਿਗਰੀ ਤੋਂ ਲੈ ਕੇ 60 ਡਿਗਰੀ ਦੇ ਵਿਚਕਾਰ ਸਭ ਤੋਂ ਆਮ ਹੁੰਦੀਆਂ ਨੇਗੀਆਂ। ਸੋ ਕਿਹੜੀਆਂ ਹੁੰਦੀਆਂ ਬਈ? ਇਹ ਵੈਸਟਰਲਾਈਜ਼ ਹੁੰਦੀਆਂ ਨੇਗੀਆਂ। ਠੀਕ ਹੈ,
ਯਾਨੀ ਕਿ ਵੈਸਟ ਵੱਲ ਨੂੰ ਜਿਹੜੀਆਂ ਮੂਵ ਕਰਦੀਆਂ ਹੈਗੀਆਂ ਨੇਗੀਆਂ ਈਸਟ ਤੋਂ। ਨੈਕਸਟ ਹੈ ਬਈ ਵਿਚ ਆਫ ਦਾ ਫੋਲੋਇੰਗ ਇਜ਼ ਫਸਟ ਸਟੇਜ ਆਫ ਕੋਇਲ ਫਾਰਮੇਸ਼ਨ। ਸੋ ਕੋਲੇ ਦੇ ਨਿਰਮਾਣ ਦਾ ਪਹਿਲਾ ਪੜਾਅ ਕਿਹੜਾ ਹੁੰਦਾ ਹੈ ਬਈ, ਸੋ ਹੁੰਦਾ ਹੈ ਪੀਟ, ਯਾਨੀ ਕਿ ਉਹ ਸਥਿਤੀ ਹੁੰਦੀ ਹੈ ਕਿ ਕੋਲੇ ਦੀ ਸ਼ੁਰੂਆਤ ਹੁੰਦੀ ਹੈ, ਬਣਨਾ ਸ਼ੁਰੂ ਹੁੰਦਾ ਹੈ ਕਿ ਕੋਲਾ ਬਣਿਆ ਨਹੀਂ ਹੁੰਦਾ ਹੈਗਾ, ਠੀਕ ਹੈ। ਇਹਦੇ ਵਿੱਚ ਜਿਹੜੀ ਕਹਿੰਦੇ ਜੀਵਾਂਸ਼ੀ ਮੌਜੂਦ ਹੁੰਦੇ ਨੇ, ਬਟ ਐਕਚੁਅਲ ਦੇ ਵਿੱਚ ਕੋਲੇ ਦੇ ਵਿੱਚ ਪਰਿਵਰਤਨ ਨਹੀਂ ਹੁੰਦਾ, ਇਸ ਕੋਲੇ ਦੀ ਸਭ ਤੋਂ ਘਟੀਆ ਕਿਸਮ 'ਚ ਗਿਣਿਆ ਜਾਂਦਾ ਹੈ ਕਿਉਂਕਿ ਸ਼ੁਰੂਆਤੀ ਦੌਰ 'ਚ ਇਹ। ਨੈਕਸਟ ਹੈ ਦ ਟਰਮ ਬਾਇਓਮੀ ਰਿਫਰੈਂਸ ਟੂ ਗਰੁੱਪ ਆਫ ਸੇ ਮਾਈਕਰੋ ਆਰਗਨਸ ਜਿਹੜੇ ਹੁੰਦੇ ਹੈਗੇ ਆ ਬਈ, ਸੋ ਉਹਨਾਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈਗਾ ਬਾਇਓਮਾਸ। ਓਕੇ, ਨੈਕਸਟ ਹੈ ਜੀ ਦ ਲਿਥੋਸਫੀਅਰ ਆਫ ਦਾ ਅਰਥ ਕੰਪੈਰਿਜ਼ ਆਫ। ਸੋ ਜਿਹੜੀ ਧਰਤੀ ਦਾ ਲਿਥੋਸਫੀਅਰ ਹੈ ਬਈ, ਇਹ ਕਿਸ ਤੋਂ ਮਿਲ ਕੇ ਬਣਿਆ ਹੋਇਆ ਹੈ? ਸੋ ਇੱਕ ਤਾਂ ਸਭ ਤੋਂ ਉੱਪਰਲੀ ਜਿਹੜੀ ਆ ਜਾਂਦੀ ਹੈ ਕਰਸਟ, ਇਸ ਦਾ ਕੁਝ ਪਾਰਟ ਅਪਰ ਮੈਂਟਲ ਦਾ ਜਿਹੜਾ ਖੇਤਰ ਹੈ ਬਈ, ਉਹ ਵੀ ਇਹਦੇ ਵਿੱਚ ਸ਼ਾਮਲ ਹੈਗਾ, ਤੇ ਦੋਨਾਂ ਮਿਲ ਕੇ ਜਿਹੜੀਆਂ ਪਰਤਾਂ ਨੇਗੀਆਂ ਇਹਦਾ ਨਿਰਮਾਣ ਕਰਦੀਆਂ ਨੇ ਲਿਥੋਸਫੀਅਰ ਦਾ। ਨੈਕਸਟ ਹੈ ਦ ਵਰਲਡ ਐਨਵਾਇਰਨਮੈਂਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਇਹ ਵੀ ਰਿਪੀਟ ਹੋਇਆ ਬਈ, ਸੋ ਇਹ 5 ਜੂਨ ਨੂੰ ਜਿਹੜਾ ਹੈ ਮਨਾਇਆ ਜਾਂਦਾ ਹੈਗਾ। ਨੈਕਸਟ ਹੈ ਵੀ ਸ਼ੇਪ ਦੀ ਜਿਹੜੀ ਕਹਿ ਸਕਦੇ ਹਾਂ ਜਾਂ ਵੀ ਆਕਾਰ ਦੀ ਜਿਹੜੀ ਘਾਟੀ ਹੈ ਉਹ ਕਿਸ ਦੇ ਦੁਆਰਾ ਪੈਦਾ ਕੀਤੀ ਜਾਂਦੀ ਹੈ? ਸੋ ਇਹ ਬਈ ਰਿਵਰ ਦੇ ਦੁਆਰਾ ਪੈਦਾ ਕੀਤੀ ਜਾਂਦੀ ਹੈ। ਜਦੋਂ ਪਹਾੜੀਆਂ ਦੇ ਵਿਚਕਾਰੋਂ ਜਦੋਂ ਕੋਈ ਰਿਵਰ ਗੁਜ਼ਰਦੀ ਹੈਗੀ ਹੈ ਤਾਂ ਉਹ ਮਤਲਬ ਆਪਣੇ ਨਾਲ ਮਿੱਟੀ ਖੁਰ ਕੇ ਲੈ ਜਾਂਦੀ ਹੈ, ਅਤੇ ਜਿਹੜੀਆਂ ਚਟਾਨਾਂ ਨੇ ਉਹ ਆਸੇ-ਪਾਸੇ ਤੋਂ ਖੁਰ ਜਾਂਦੀਆਂ ਨੇ, ਅਤੇ ਵੀ ਆਕਾਰ ਦੀ ਘਾਟੀ ਦਾ ਨਿਰਮਾਣ ਹੋ ਜਾਂਦਾ ਹੈ। ਨੈਕਸਟ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ? ਇਹ ਦੱਸਣ ਦੀ ਲੋੜ ਹੀ ਨਹੀਂ ਸੀ, ਸਹਾਰਾ ਦੇ ਵਿੱਚ ਹੈ, ਇਹ ਵੀ ਰਿਪੀਟ ਹੋਇਆ ਹੈਗਾ ਬਈ। ਓਕੇ, ਸਹਾਰਾ ਮਾਰੂਥਲ ਜੋ ਕਿ ਅਫਰੀਕਾ ਦੇ ਵਿੱਚ ਆ ਸਭ ਤੋਂ ਵੱਡਾ ਆ ਜਾਂਦਾ ਹੈ। ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰੂਥਲ ਭਾਰਤ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਹੈ? ਸੋ ਉੱਤਰ ਪੱਛਮੀ ਹਿੱਸੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬਈ, ਥਾਰ ਡੈਜ਼ਰਟ ਜਿਹੜਾ ਹੈ ਇਸ ਦੇ ਵਿੱਚ ਸ਼ਾਮਲ ਹੈਗਾ। ਓਕੇ, ਇੱਕੋ ਇੱਕ ਹੈ ਭਾਰਤ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਸੋ ਇਹਦੇ ਬਾਰੇ ਕੋਈ ਕਿਸੇ ਨੂੰ ਡਾਊਟ ਹੋਣਾ ਨਹੀਂ ਚਾਹੀਦਾ ਸੀਗਾ। ਬੀ ਆਨਸਰ ਕਰੈਕਟ ਹੈ। ਨੈਕਸਟ ਹੈ ਜੀ ਇਨ ਦਾ ਇੰਡੀਆ ਸਿੰਘ ਭੂਮੀ ਐਂਡ ਕੰਜੋਰੋ ਆਰ ਦਾ ਲੀਡਿੰਗ ਪ੍ਰੋਡਿਊਸ। ਸੋ ਇਹ ਬਈ ਕੱਚੇ ਲੋਹੇ ਦੇ ਲਈ ਜਿਹੜਾ ਫੇਮਸ ਮੰਨਿਆ ਗਿਆ ਹੈਗਾ, ਠੀਕ ਹੈ, ਜੋ ਕਿ ਸਿੰਘ ਭੂਮੀ ਅਤੇ ਕੰਜੂਰ ਦੀਆਂ ਖਾਣਾਂ ਨੇਗੀਆਂ, ਇਹ ਦੋਨੋਂ ਜਿਹੜੀਆਂ ਹੈਗੀਆਂ ਨੇ ਲੋਹੇ ਦੇ ਨਾਲ ਸੰਬੰਧ ਨੇ, ਕੱਚੇ ਲੋਹੇ ਦੇ ਨਾਲ। ਨੈਕਸਟ ਹੈ ਵੀ ਕੁਐਸਚਨ ਨੰਬਰ 52 ਨਾਈਟ੍ਰੋਜਨ ਕੁੱਲ ਵਾਯੂਮੰਡਲ ਦੀ ਰਚਨਾ ਦਾ ਲਗਭਗ ਕਿੰਨੇ ਪ੍ਰਤੀਸ਼ਤ ਹੈ? ਸੋ ਆਪਸ਼ਨ ਦੇ ਅਕੋਰਡਿੰਗ ਇਹ 79% ਬਣਦਾ ਹੈ, ਕਿਉਂਕਿ ਅਸੀਂ 78.08 ਦੇ ਕਰੀਬ ਜਿਹੜਾ ਰੀਡ ਕੀਤਾ ਹੈ, ਬਟ ਐਕਚੁਅਲ ਦੇ ਵਿੱਚ ਉਹਨਾਂ ਨੇ 1 ਪੁਆਇੰਟ ਵੱਧ ਪਾ ਦਿੱਤਾ, ਯਾਨੀ ਪੂਰਾ ਜਿਹਾ ਕਰ ਦਿੱਤਾ 79 ਵਾਲਾ। ਪੰਜਾਬ ਦਾ ਕਿਹੜਾ ਜ਼ਿਲ੍ਹਾ ਜਿਹੜਾ ਹੈ ਪਹਾੜੀ ਖੇਤਰਾਂ ਦੇ ਵਿੱਚ ਸਥਿਤ ਨਹੀਂ ਹੈ? ਪਠਾਨਕੋਟ ਹੈ, ਬਿਲਕੁਲ ਸਹੀ ਹੈ, ਠੀਕ ਹੈ। ਹੁਸ਼ਿਆਰਪੁਰ ਹੈ, ਰੂਪਨਗਰ ਹੈ, ਬਟ ਮੁਕਤਸਰ ਜਿਹੜਾ ਹੈ ਬਈ ਇਹ ਖਾਰੇ ਖੇਤਰ 'ਚ ਪੈ ਜਾਂਦਾ ਹੈ, ਸੋ ਇੱਥੇ ਸਹੀ ਆਨਸਰ ਇਹ ਰਹੂਗਾ। ਨੈਕਸਟ ਹੈ ਜੀ ਭਾਰਤ ਦਾ ਕਿਹੜਾ ਰਾਜ ਲੋਹੇ ਦੇ ਉਤਪਾਦਨ ਦੇ ਵਿੱਚ ਮੋਹਰੀ ਹੈ ਬਈ? ਸੋ ਲੋਹੇ ਦੇ ਉਤਪਾਦਨ ਦੇ ਵਿੱਚ ਬਈ ਉੜੀਸਾ ਰਾਜ ਜਿਹੜਾ ਹੈ ਉਹ ਮੋਹਰੇ ਆ ਜਾਂਦਾ ਹੈਗਾ। ਨੈਕਸਟ ਹੈ ਬਈ ਕੁਐਸਚਨ ਨੰਬਰ ਧਰਤੀ ਦੇ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਕਿਹੜੀ ਹੈ? ਪਹਿਲਾਂ ਉੱਪਰਲੀ ਪੁੱਛ ਲਿਆ, ਹੁਣ ਹੇਠਲੀ ਹੈ, ਤਾਂ ਹੇਠਲੀ ਜਿਹੜੀ ਹੈ ਬਿਲਕੁਲ ਨਜ਼ਦੀਕ ਉਹਦੇ ਉਹ ਟ੍ਰੋਪੋਸਫੀਅਰ ਹੈ, ਜਿਹਦੇ ਵਿੱਚ ਸਾਰੇ ਤਰ੍ਹਾਂ ਦੀ ਜਿਹੜੀ ਪਰਿਵਰਤਨ ਹੈ ਉਹ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇਗੇ। ਨੈਕਸਟ ਹੈ ਜੀ ਭਾਰਤ ਦੇ ਵਿੱਚ ਪਲੈਜਿਕ ਮੱਛੀ ਉਤਪਾਦਨ ਕੁੱਲ ਸਮੁੰਦਰੀ ਉਤਪਾਦਨ ਦਾ ਕਿੰਨਾ ਹੈ? ਤਕਰੀਬਨ 55% ਹੈਗਾ, ਸੋ ਡੀ ਆਨਸਰ ਇਹਦਾ ਕਰੈਕਟ ਰਹੂਗਾ। ਨੈਕਸਟ ਹੈ ਦ ਐਵਰੇਜ ਸੈਲਨਟੀ ਆਫ ਦਾ ਓਸ਼ਨ ਵਾਟਰ। ਸੋ ਵਾਟਰ ਜਿਹੜਾ ਹੈ ਵੀ ਸਮੁੰਦਰ ਦਾ ਪਾਣੀ ਜਿਹੜਾ ਉਹਦੇ ਵਿੱਚ ਔਸਤ ਖਾਰਾਪਣ ਜਿਹੜਾ ਦੇਖਣ ਨੂੰ ਮਿਲਦਾ ਹੈ ਉਹ 35 PPT ਜਿਹੜਾ ਦੇਖਣ ਨੂੰ ਮਿਲਦਾ ਹੁੰਦਾ ਹੈ, ਸੋ ਬੀ ਆਨਸਰ ਇਹਦਾ ਕਰੈਕਟ ਰਹੂਗਾ। ਨੈਕਸਟ ਹੈ ਅੰਟਾਰਕਟਿਕਾ ਐਥਰੇਸਾਈਟ ਕਾਲਡਰਾ ਇਜ਼ ਜਿਓਮੋਰਫਿਕ ਫੀਚਰ ਐਸੋਸੀਏਟਡ ਵਿਦ। ਸੋ ਕਿਹਦੇ ਨਾਲ ਜੁੜਿਆ ਹੋਇਆ ਜੀ? ਇਹ ਵੈਲਕੈਨਿਕ ਦੇ ਨਾਲ ਜੁੜਿਆ ਹੈ। ਕਾਲਡਰਾ ਜਿਹੜਾ ਬਣਦਾ ਹੈ ਇਹ ਵੈਲਕੈਨਿਕ ਅਰਪਸ਼ਨ ਜਿਹੜੀ ਹੁੰਦੀ ਹੈ ਸੋ ਉਹਦੇ ਦੁਆਰਾ ਕ੍ਰੀਏਟ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਮਲਾਸਪੀਨਾ ਗਲੇਸ਼ੀਅਰ ਕਿਲੋਮੀਟਰ ਦੇ ਵਿੱਚ ਕਿੰਨਾ ਚੌੜਾ ਹੈ? ਸੋ ਇਹ 65 ਕਿਲੋਮੀਟਰ ਚੌੜਾ ਹੈਗਾ ਬਈ। ਓਕੇ, ਸੋ ਇਹਦਾ ਬੀ ਆਨਸਰ ਕਰੈਕਟ ਹੈ। ਨੈਕਸਟ ਹੈ ਜੀ ਰਣਜੀਤ ਸਾਗਰ ਡੈਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਸੋ ਥੀਨ ਡੈਮ ਦੇ ਨਾਲ ਜਾਣਿਆ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਸੀਗਾ, ਸੋ ਇਹ ਵੀ ਵਾਰ-ਵਾਰ ਰਿਪੀਟ ਹੋ ਰਿਹਾ ਬਈ, ਸੋ ਇਹ ਪੱਕੇ ਹੀ ਹੁੰਦੇ ਹੈਗੇ ਨੇ ਡੈਮ। ਓਕੇ, ਸੋ ਥੀਨ ਡੈਮ ਨੂੰ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ? ਤਾਂ ਸਭ ਤੋਂ ਵੱਡਾ ਸਮੁੰਦਰ ਜਿਹੜਾ ਹੈ ਉਹ ਪੈਸੀਫਿਕ ਹੈਗਾ, ਪ੍ਰਸ਼ਾਂਤ ਮਹਾਸਾਗਰ ਸਭ ਤੋਂ ਵੱਡਾ ਸਮੁੰਦਰ ਹੈ। ਸੀ ਆਨਸਰ ਕਰੈਕਟ ਹੈ। ਨੈਕਸਟ ਹੈ ਜੀ 62 ਨੰਬਰ ਉਹ ਖੇਤਰ ਜੋ ਹਵਾ ਦੇ ਪੁੰਜ ਦੇ ਤਾਪਮਾਨ ਅਤੇ ਨਮੀ ਨੂੰ ਨਿਰਧਾਰਤ ਕਰਦਾ ਹੈ, ਸੋ ਉਸ ਨੂੰ ਕੀ ਕਿਹਾ ਜਾਂਦਾ ਹੈ ਬਈ? ਸੋਰਸ ਰੀਜਨ ਕਹਿੰਦੇ ਹੈਗੇ ਨੇ, ਸਰੋਤ ਖੇਤਰ ਕਹਿੰਦੇ ਨੇਗੇ, ਜਿਹੜਾ ਕਿ ਹਵਾ ਦੇ ਪੁੰਜ ਦਾ ਤਾਪਮਾਨ ਤੇ ਨਮੀ ਨਿਰਧਾਰਤ ਕਰਦਾ ਹੈਗਾ। ਲਾਲ ਗ੍ਰਹਿ ਕਿਸ ਨੂੰ ਕਿਹਾ ਜਾਂਦਾ ਹੈ? ਇਹ ਬੱਚੇ ਨੂੰ ਪਤਾ ਸੀਗਾ ਬਈ, ਸੋ ਇਹ ਮਾਰਸ ਸੀਗਾ, ਮੰਗਲ ਗ੍ਰਹਿ ਹੈ, ਸੋ ਇਸ ਨੂੰ ਜਿਹੜਾ ਨਾ ਲਾਲ ਗ੍ਰਹਿ ਦੇ ਨਾਮ ਨਾਲ ਜਾਣਦੇ ਹੈਗੇ ਆ। ਮਾਰੂਥਲ ਖੇਤਰ ਦੇ ਵਿੱਚ ਬਚੀ ਪਹਾੜੀ ਨੂੰ ਕੀ ਕਿਹਾ ਜਾਂਦਾ ਹੈਗਾ? ਮਾਰੂਥਲ ਖੇਤਰ ਹੈ, ਰੈਜ਼ੀਡੂਅਲ ਹਿਲਸ ਹੈਗੀਆਂ ਨੇ, ਠੀਕ ਹੈ, ਸੋ ਡੈਜ਼ਰਟ ਰੀਜਨ ਦੇ ਵਿੱਚ ਇਹ ਪਾਏ ਜਾਂਦੇ ਹੈਗੇ ਨੇ। ਉਹਦੇ ਵਿੱਚ ਜਿਹੜੀ ਛੋਟੀ ਜਿਹੀ ਪਹਾੜੀ ਵੱਜ ਜਾਂਦੀ ਹੈ, ਸੋ ਇਸ ਨੂੰ ਇਨਸਲਬਰਗਰ ਦੇ ਨਾਮ ਨਾਲ ਜਿਹੜਾ ਹੈ ਜਾਣਿਆ ਜਾਂਦਾ ਹੈ, ਸੋ ਇਹਦਾ ਸੀ ਆਨਸਰ ਰਹੂਗਾ ਕਰੈਕਟ। ਨੈਕਸਟ ਹੈ ਕੋਰਲ ਵਿਕਾਸ ਲਈ ਸਮੁੰਦਰ ਦੇ ਪਾਣੀ ਦੀ ਸਭ ਤੋਂ ਢੁਕਵੀਂ ਤਾਪਮਾਨ ਸੀਮਾ ਕੀ ਹੈ?
ਸੋ ਜੇਕਰ ਆਪਾਂ ਗੱਲ ਕਰੀਏ ਕੋਰਲ ਰਿਲੀਫ ਦੀ, ਆਪਾਂ ਜਿਹੜੀ ਗੱਲ ਕਰਦੇ ਹਾਂ, ਇਹਨੂੰ ਗਰੋਥ ਕਰਨ ਦੇ ਲਈ ਕਿੰਨਾ ਟੈਂਪਰੇਚਰ ਚਾਹੀਦਾ ਹੈ, ਤਾਂ ਮੈਕਸਿਮਮ ਜਿਹੜਾ ਹੈ ਬਈ ਉਹ 23 ਡਿਗਰੀ ਤੋਂ ਲੈ ਕੇ 29 ਡਿਗਰੀ ਚਾਹੀਦਾ ਹੈਗਾ ਗਾ, ਠੀਕ ਹੈ। ਹੁਣ ਇਹਨਾਂ ਦੇ ਵਿੱਚੋਂ ਇਹਨਾਂ ਨੇ ਦੱਸਿਆ ਹੈ ਜਾਂ ਤਾਂ ਵੀ 110 ਡਿਗਰੀ ਘੱਟ, 10 ਡਿਗਰੀ ਤੋਂ ਘੱਟ ਹੈ, ਜਾਂ 10 ਤੋਂ 15 ਹੁੰਦਾ ਹੈ, ਜਾਂ 15 ਤੋਂ 20 ਹੈ, ਇਸ ਕਰਕੇ ਇਹਦੇ ਵਿੱਚ ਆਉਂਦੇ ਨਹੀਂ ਹੈਗਾ। ਬਟ ਇਹਨਾਂ ਨੇ ਡੀ ਆਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਕਿ 20 ਡਿਗਰੀ ਤੋਂ ਅਬਵ, 20 ਡਿਗਰੀ ਸੈਲਸੀਅਸ ਤੋਂ ਵੱਧ ਹੈ, ਸੋ ਇਸ ਕਰਕੇ ਦਾ ਆਨਸਰ ਡੀ ਕਰੈਕਟ ਰਹੂਗਾ, ਕਿਉਂਕਿ 23 ਡਿਗਰੀ ਤੋਂ 29 ਡਿਗਰੀ ਟੈਂਪਰੇਚਰ ਚਾਹੀਦਾ ਹੁੰਦਾ ਹੈ। ਨੈਕਸਟ ਹੈ ਭੂਚਾਲਾਂ ਦੀ ਤੀਬਰਤਾ ਮਾਪੀ ਜਾਂਦੀ ਹੈ, ਰਿਕਟਰ ਸਕੇਲ ਦੇ ਨਾਲ ਜਾਣੀ ਜਾਂਦੀ ਹੈ, ਸੋ ਇਹ ਵੀ ਬਹੁਤ ਜ਼ਿਆਦਾ ਪੁੱਛਿਆ ਜਾਣ ਵਾਲਾ ਜਿਹੜਾ ਕੁਐਸਚਨ ਹੈਗਾ ਗਾ। ਨੈਕਸਟ ਹੈ ਪੰਜਾਬ ਰਾਜ ਦੀ ਸਭ ਤੋਂ ਵੱਡੀ ਅਨਾਜ ਮੰਡੀ, ਸੋ ਇਹ ਪੰਜਾਬ ਦੀ ਨਹੀਂ ਸੰਸਾਰ ਦੀ ਵੀ ਸਭ ਤੋਂ ਵੱਡੀਆਂ ਦੇ ਵਿੱਚੋਂ ਮੰਨੀ ਜਾਂਦੀ ਹੈ, ਉਹ ਹੈ ਖੰਨਾ ਮੰਡੀ। ਓਕੇ, ਡੀ ਆਨਸਰ ਕਰੈਕਟ ਹੈ। ਨੈਕਸਟ ਹੈ ਜੀ 68 ਨੰਬਰ, ਮਹਾਦੀਪੀ ਸ਼ੈਲਫ ਦੇ ਬਾਹਰੀ ਕਿਨਾਰੇ ਦੀ ਔਸਤ ਡੂੰਘਾਈ ਕੀ ਹੈ। ਸੋ ਜਿਹੜੀ ਔਸਤ ਡੂੰਘਾਈ ਮੰਨੀ ਗਈ ਆ ਵੀ ਉਹ 200 ਫਿਟ ਦੇ ਕਰੀਬ ਹੁੰਦੀ ਹੈਗੀ, ਬਟ ਇੱਥੇ 200 ਫਿਟ ਦੇ ਅਕੋਰਡਿੰਗ ਤਾਂ ਬਣਦਾ ਨਹੀਂ ਸੀ ਕੋਈ, ਠੀਕ ਹੈ, ਤਾਂ ਇਸ ਕਰਕੇ ਇਹਦਾ 135 ਫਿਟ ਦੇ ਵਾਲੇ ਆਪਾਂ ਲਾ ਰਹੇ ਹੈਗੇ ਆ। ਇਸ ਕੁਐਸਚਨ 'ਚ ਇਕੱਲੇ 'ਚ ਡਾਊਟ ਹੈ, ਬਾਕੀ ਸਾਰਾ ਜਿਹੜਾ ਉਹ ਕਲੀਅਰ ਹੈਗਾ ਗਾ। ਨੈਕਸਟ ਹੈ ਜੀ 69, ਨਦੀਆਂ ਦੇ ਇਰੋਜਨ ਦੇ ਸਿਧਾਂਤ ਦਾ ਚੱਕਰ ਕਿਸ ਸਾਲ ਪੇਸ਼ ਕੀਤਾ ਗਿਆ ਸੀਗਾ ਬਈ। ਸੋ 1899 ਦੇ ਵਿੱਚ ਪੇਸ਼ ਕੀਤਾ ਗਿਆ ਸੀ, ਸੀ ਆਨਸਰ ਇਹਦਾ ਕਰੈਕਟ ਰਹੂਗਾ। ਆਪਸ ਦੇ ਵਿੱਚ ਜੁੜੇ ਟਾਪੂਆਂ ਦੇ ਇੱਕ ਸਮੂਹ ਨੂੰ ਕੀ ਕਿਹਾ ਜਾਂਦਾ ਹੈ, ਆਰਕੋਪੋਲੋਜੀ ਕਿਹਾ ਜਾਂਦਾ ਹੈ। ਇੱਥੇ ਵੀ ਇਹ ਕੁਐਸਚਨ ਰਿਪੀਟ ਹੋਗਾ ਤੀਸਰੀ ਵਾਰ ਪੇਪਰ ਦੇ ਵਿੱਚ, ਬਟ ਸ਼ਬਦਾਵਲੀ ਬਦਲ ਦਿੱਤੀ ਇੱਥੇ। ਓਕੇ, ਧਰਤੀ ਦਾ ਜਿਹੜਾ ਬਈ ਧੁਰਾ ਹੈ ਉਹ ਝੁਕਿਆ ਹੋਇਆ 23.5 ਡਿਗਰੀ ਦੇ ਉੱਪਰ, ਠੀਕ ਹੈ, ਇੱਕ 6.5 ਡਿਗਰੀ ਦੇ ਉੱਪਰ ਹੈ, ਉਹ ਧਰਤੀ ਆਪਣੇ ਧੁਰੇ ਦੇ ਉੱਪਰ ਝੁਕੀ ਹੈ, ਬਟ ਧਰਤੀ ਦਾ ਧੁਰਾ ਜਿਹੜਾ ਹੈ ਉਹ 23.5 ਡਿਗਰੀ ਦੇ ਉੱਪਰ ਝੁਕਿਆ ਹੋਇਆ ਹੈ। ਨੈਕਸਟ ਹੈ ਜੀ ਇਹਨਾਂ ਦੇ ਵਿੱਚੋਂ ਕਿਹੜਾ ਊਰਜਾ ਦਾ ਸਰੋਤ ਨਵਿਆਉਣਯੋਗ ਹੈ, ਜਿਹਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ ਬਈ। ਸੋ ਉਹ ਹੈਗਾ ਗਾ ਵਿੰਡ, ਹਵਾ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ, ਬਟ ਕ੍ਰੂਡ ਆਇਲ, ਪੈਟਰੋਲੀਅਮ ਤੇ ਕੋਲ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ। ਸੋ ਇਹ ਆਨਸਰ ਦਾ ਕਰੈਕਟ ਰਹੂਗਾ। ਨੈਕਸਟ ਹੈ ਜੀ 73 ਨੰਬਰ, ਸੋ ਸੂਰਜ ਤੇ ਧਰਤੀ ਦੇ ਵਿਚਕਾਰ ਔਸਤ ਦੂਰੀ, ਸੋ ਔਸਤ ਦੂਰੀ ਜਿਹੜੀ ਹੈ ਉਹ 149.6 ਕਿਲੋਮੀਟਰ ਦੇ ਕਰੀਬ ਹੈ, ਕਰੋੜਾਂ ਦੇ ਵਿੱਚ, ਮਿਲੀਅਨ ਦੇ ਵਿੱਚ। ਓਕੇ, ਸੋ ਇਹ ਯਾਦ ਰੱਖਣਾ, ਸੀ ਆਨਸਰ ਇਹਦਾ ਕਰੈਕਟ ਹੈ। ਨੈਕਸਟ ਹੈ 75 ਨੰਬਰ, ਇਹਨਾਂ ਦੇ ਵਿੱਚੋਂ ਕਿਹੜਾ ਗਲਤ ਮੇਲ ਖਾਂਦਾ ਹੈਗਾ ਗਾ। ਦ ਗੈਸਸ ਹਾਈਪੋਥੇਸਿਸ ਕਾਂਤ ਨੇ ਪੇਸ਼ ਕੀਤਾ, ਐਮਲ ਨੇ। ਦ ਨੈਬੂਲਰ ਹਾਈਪੋਥੇਸਿਸ ਲੈਪਲਿਸ ਨੇ ਪੇਸ਼ ਕੀਤਾ ਹੈਗਾ ਗਾ। ਦ ਟਾਈਡਲ ਥਿਊਰੀ ਜਿਹੜੀ ਹੈ ਬਈ ਉਹ ਜੀਨ ਜੈਫਰੀ ਨੇ ਪੇਸ਼ ਕੀਤੀ ਹੈ, ਬਟ ਇਹਨਾਂ ਦੇ ਵਿੱਚੋਂ ਪਲੈਂਟੇਸ਼ਨ ਹਾਈਪੋਥੇਸਿਸ ਜਿਹੜਾ ਹੈ ਹੰਬੋਲਟ ਦੇ ਦੁਆਰਾ ਪੇਸ਼ ਨਹੀਂ ਕੀਤਾ ਗਿਆ, ਸੋ ਇਹ ਇਹਦਾ ਮੈਚ ਨਹੀਂ ਖਾਂਦਾ, ਸੋ ਇਹ ਗਲਤ ਹੈ ਇੱਥੇ, ਠੀਕ ਹੈ, ਇਨਕਰੈਕਟ ਹੈਗਾ ਗਾ, ਸੋ ਇਸ ਆਨਸਰ ਦਾ ਕਰੈਕਟ ਰਹੂਗਾ। ਨੈਕਸਟ ਹੈ ਜੀ ਇਹ ਲਿਖਿਆਂ ਵਿੱਚੋਂ ਕਿਸ ਨੂੰ ਫਾਸਲ ਫਿਊਲ ਕਿਹਾ ਜਾਂਦਾ ਹੈਗਾ ਗਾ, ਫਾਸਲ ਫਿਊਲ ਕਿਹਾ ਜਾਂਦਾ ਹੈ, ਇਹ ਕੋਇਲ ਐਂਡ ਪੈਟਰੋਲੀਅਮ ਹੈ, ਠੀਕ ਹੈ, ਇਹ ਉਹ ਕਹਿ ਸਕਦੇ ਐਨਰਜੀ ਜਾਂ ਉਹ ਪਾਰਟ ਹੁੰਦਾ ਹੈ ਜਦੋਂ ਕੋਲਾ ਜਾਂ ਤੇਲ ਜਿਹੜਾ ਹਲੇ ਹੋਣ ਦੇ ਵਿੱਚ ਹੋਣ, ਠੀਕ ਹੈ, ਜੀਵ ਜੰਤੂਆਂ ਦੇ ਗਲੇ ਸੜੀ ਰਹਿੰਦ ਖੂੰਹਦ ਤੋਂ ਜਿਹੜਾ ਹੋਣ ਦੇ ਵਿੱਚ ਆਉਂਦੇ ਹੈਗੇ ਨੇਗੇ, ਉਸ ਦੇ ਦੁਆਰਾ ਗੀੜੇ ਜਾਂਦੇ ਨੇ। ਸੋ ਇਸੇ ਕਰਕੇ ਕੋਲਾ ਤੇ ਪੈਟਰੋਲੀਅਮ ਜਿਹੜਾ ਹੈ ਉਹ ਗਲੇ ਸੜੇ ਦਰਖਤਾਂ ਤੋਂ, ਜੀਵ ਜੰਤੂਆਂ ਤੋਂ ਮਿਲ ਕੇ ਬਣਦਾ ਹੈ, ਸੋ ਉਹਦਾ ਜਿਹੜਾ ਕੱਚਾ ਰੂਪ ਹੈ ਉਹਨੂੰ ਆਪਾਂ ਕਹਿ ਦਿੰਦੇ ਹੈਗੇ, ਠੀਕ ਹੈ ਜੀ। ਤਾਂ ਕੋਇਲ ਐਂਡ ਪੈਟਰੋਲੀਅਮ ਇਹਦਾ ਸੀ ਆਨਸਰ ਰਹੂਗਾ। ਸੋ ਇਹ ਸੀ ਆਪਣਾ ਇਹਦਾ ਬਈ ਜੀਓਗ੍ਰਾਫੀ ਦਾ ਜਿਹੜਾ ਜੋ ਕਿ 21 ਤਰੀਕ ਨੂੰ ਪੇਪਰ ਹੋਇਆ, ਸੋ ਉਹਦਾ ਸੀਗਾ, ਸੋ ਡੀ ਇਹ ਪੇਪਰ ਸੀਗਾ। ਉਮੀਦ ਕਰਦੇ ਹਾਂ ਕਿ ਕਾਫੀ ਜਣਿਆਂ ਦੇ ਕਾਫੀ ਅੱਛੇ ਜਿਹੜੇ ਮਾਰਕਸ ਆ ਜਾਣਗੇ, ਕਿਉਂਕਿ ਜੀਓਗ੍ਰਾਫੀ ਆਲਮੋਸਟ ਰਿਪੀਟ ਵੀ ਹੋਇਆ ਬਹੁਤ ਸਾਰੇ ਕੁਐਸਚਨ, ਤੇ ਕੁਝ ਕੁਐਸਚਨ ਜਿਹੜੇ ਨੇ ਉਹ ਕੁਝ ਟਫ ਵੀ ਰਹੇ ਨੇ, ਔਰ ਆਲਮੋਸਟ ਜੇਕਰ ਆਪਾਂ ਗੱਲ ਕਰੀਏ ਜੀਓਗ੍ਰਾਫੀ ਤਾਂ ਬਹੁਤ ਈਜ਼ੀ ਟਾਈਪ ਦਾ ਰਿਹਾ ਹੈਗਾ। ਹਿਸਟਰੀ ਵੀ ਬਹੁਤ ਈਜ਼ੀ ਰਹੀ ਹੈ, ਬਟ ਪੋਲਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਟਫ ਰਹੀ ਹੈਗੀ। ਓਕੇ ਜੀ, ਸੋ ਥੈਂਕ ਯੂ ਸੋ ਮਚ ਜੀ, ਉਮੀਦ ਕਰਦਾ ਤੁਹਾਡੇ ਲਈ ਇਹ ਕਾਫੀ ਹੈਲਪਫੁਲ ਰਹੂਗਾ। ਥੈਂਕ ਯੂ ਸੋ ਮਚ।